ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦੋਨਾਂ ਚੈਨਲਾਂ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਸਿੱਖ ਸਮਾਜ ਵਿੱਚ ਜਿਹੜੀਆਂ ਕੁਰੈਤਾਂ ਤੇ ਹੋਰ ਰੀਤੀ ਰਿਵਾਜ ਕਈ ਅਕੋਰਡਿੰਗ ਟੂ ਗੁਰਬਾਣੀ ਨਹੀਂ ਆ, ਉਹਨਾਂ ਬਾਰੇ ਡਿਸਕਸ ਕਰਦੇ ਹਾਂ ਔਰ ਅਸੀਂ ਇਸ ਸਾਰੇ ਸੰਸਕਾਰਾਂ ਬਾਰੇ ਵੀ ਤੇ ਜੋ ਚੱਲ ਰਿਹਾ ਉਹਦੇ ਉੱਤੇ ਡਿਸਕਸ਼ਨ ਹੁੰਦੀ ਹੈ। ਇਹਦੇ ਵਿੱਚ ਸਾਥ ਦਿੰਦੇ ਆ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ। ਭਾਈ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਇਹ ਜਿਹੜੀ ਪਲੇਲਿਸਟ ਚਲਾ ਰਹੇ ਹਾਂ ਪਿਛਲੇ ਕੁਝ ਸਮੇਂ ਤੋਂ, ਉਹ ਹੈ ਅੰਤਮ ਸੰਸਕਾਰ ਦੀ, ਜਿਸ ਵਿੱਚ ਅਸੀਂ ਸਾਰਾ ਕਈ ਡਿਸਕਸ ਕਰ ਚੁੱਕੇ ਹਾਂ ਆਲਰੇਡੀ ਕਿ ਕਿਸ ਤਰੀਕੇ ਨਾਲ ਮ੍ਰਿਤਕ ਦੇਹ ਦਾ ਸਾਰਾ ਕਰਨਾ। ਤੇ ਉਸ ਤੋਂ ਅੱਜ ਜਿਹੜਾ ਟੌਪਿਕ ਅਸੀਂ ਸ਼ੁਰੂ ਕਰਨਾ ਚਾਹੁੰਦੇ ਹਾਂ ਉਹਦੇ ਵਿੱਚ ਰਿਲੇਟਡ ਹੈ ਭਾਈ ਸਾਹਿਬ, ਉਹ ਹੈ ਕਿ ਰਹਿਤ ਮਰਿਆਦਾ ਵਿੱਚ ਲਿਖਿਆ ਕਿ ਸਰਾਧ ਕਰਾਉਣਾ ਮਨਮਤਾ। ਸਰਾਧਾਂ ਦੇ ਉੱਤੇ ਅਸੀਂ ਅੱਜ ਗੱਲ ਕਰਨਾ ਚਾਹੁੰਦੇ ਹਾਂ ਕਿਉਂਕਿ ਉਹ ਮ੍ਰਿਤਕ ਤੋਂ ਬਾਅਦ ਹੀ ਸਰਾਧ ਆਉਣਾ ਜੀ। ਸੋ ਇੱਕ ਤਾਂ ਪਹਿਲਾ ਕੁਐਸਚਨ ਇਹ ਹੈ ਸਰਾਧ ਬਾਰੇ, ਦੂਜਾ ਫਿਰ ਅਸੀਂ ਮੈਂ ਆਨਾ ਕਿ ਇਹਦੇ ਨਾਲ ਕਈ ਅਸੀਂ ਹਿਸਟੋਰੀਕਲ ਸਾਖੀਆਂ ਵੀ ਜੋੜੀਆਂ ਹੋਈਆਂ ਜੀ। ਤੇ ਪਹਿਲੇ ਤਾਂ ਸਰਾਧ ਕਿਉਂ ਕਰਵਾਉਂਦੇ ਆ, ਕੀ ਉਹਦੀ ਮਨੋਤ ਹੈ, ਉਹਦੇ ਬਾਰੇ ਆਪਾਂ ਗੱਲ ਕਰ ਲਈਏ। ਭਾਵੇਂ ਦੂਜੇ ਪਾਸਿਓਂ ਆਇਆ ਉਹਦਾ ਫੇਸ ਦੇ ਵਿੱਚੋਂ ਸਾਡੇ ਵਿੱਚ ਐਂਟਰ ਕੀਤਾ, ਉਹਦੇ ਬਾਰੇ ਅਸੀਂ ਡਿਸਕਸ ਕਰੀਏ। ਦੇਖੋ ਜਿੱਥੇ ਤੱਕ ਸ਼ਰਾਧ ਦਾ ਸੰਬੰਧ ਆ, ਹਾਂਜੀ, ਸ਼ਰਾਧ ਦਾ ਉਹਦਾ ਜਿਹੜੇ ਹਿੰਦੂ ਵੀਰਾਂ ਵਿੱਚ, ਹਿੰਦੂ ਮਤ ਵਿੱਚ ਜਿਹੜੇ ਮ੍ਰਿਤ ਹੋਏ ਚਲਾਣਾ ਕਰ ਚੁੱਕੇ ਜਿਹੜੇ ਪਿਓ ਦਾਦਾ ਆਦਾ, ਉਹਨਾਂ ਪ੍ਰਤੀ ਸ਼ਰਧਾ ਦੀ ਭਾਵਨਾ ਵਿਅਕਤ ਕਰਨਾ ਦੀ ਜਿਹੜੀ ਸਮਾਜਿਕ ਪ੍ਰਥਾ ਉਹਨਾਂ ਦੀ, ਠੀਕ ਹੈ, ਇਹ ਮੰਨਿਆ ਜਾਂਦਾ ਕੇਵਲ ਹਿੰਦੂ ਵੀਰਾਂ ਵਿੱਚ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਧਰਮਾਂ ਵਿੱਚ ਲਗਭਗ ਇਹ ਸਾਰਿਆਂ ਵਿੱਚ ਮੰਨਿਆ ਜਾਂਦਾ ਕਿ ਮਰਨ ਨਾਲ ਮਨੁੱਖ ਦਾ ਅੰਤ ਨਹੀਂ ਹੁੰਦਾ। ਮਨੁੱਖ ਸਰੀਰਕ ਮੌਤ ਤੋਂ ਬਾਅਦ ਵੀ ਕੁਝ ਐਸਾ ਹੈ ਕਿ ਜਿਹਦਾ ਜੋ ਹੋਂਦ ਜਿਹੜੀ ਉਹ ਕਾਇਮ ਰਹਿੰਦੀ ਆ। ਹਾਂ, ਇਹ ਗੱਲ ਵੱਖਰੀ ਆ ਕਿ ਕੋਈ ਕਿਸੇ ਰੂਪ ਵਿੱਚ ਮੰਨਦਾ, ਕੋਈ ਕਿਸੇ ਰੂਪ ਵਿੱਚ ਮੰਨਦਾ। ਈਵਨ ਜਿਹੜਾ ਬੁੱਧਿਜ਼ਮ ਆ, ਇਹਦੇ ਜ਼ਿਆਦਾਤਰ ਜਿਹੜੇ ਸੈਕਟ ਆ ਉਹ ਆਤਮਾ ਨੂੰ ਨਹੀਂ ਮੰਨਦੇ, ਪਰ ਫਿਰ ਵੀ ਇਸ ਤੋਂ ਇਲਾਵਾ ਰੱਬ ਨੂੰ ਵੀ ਨਹੀਂ ਮੰਨਦੇ, ਆਤਮਾ ਦੀ ਹੋਂਦ ਨੂੰ ਵੀ ਨਹੀਂ ਮੰਨਦੇ, ਪਰ ਫਿਰ ਵੀ ਉਹ ਇਹ ਮੰਨਦੇ ਆ ਕਿ ਕੁਝ ਨਾ ਕੁਝ ਐਸਾ ਰਹਿੰਦਾ ਕਿ ਜਿਹਦੀ ਮੌਤ ਨਹੀਂ ਹੁੰਦੀ। ਇਸ ਲਈ ਉਹਨਾਂ ਦੇ ਕਈ ਜਿਹੜੇ ਸੈਕਟ ਹੈਗੇ ਆ ਉਹ ਆਵਾਗਮਨ ਵਿੱਚ, ਪੁਨਰ ਜਨਮ ਵਿੱਚ ਵਿਸ਼ਵਾਸ ਰੱਖਦੇ ਆ। ਇਹ ਆਪਾਂ ਖੈਰ ਵੱਖਰੇ ਤੌਰ 'ਤੇ ਵਿਚਾਰ ਕਰਾਂਗੇ ਅੱਗੇ ਚੱਲ ਕੇ ਕਿ ਆਮ ਤੌਰ 'ਤੇ ਸਮਝਿਆ ਜਾਂਦਾ ਕਿ ਆਵਾਗਮਨ ਅਤੇ ਪੁਨਰ ਜਨਮ ਜਿਹੜਾ ਇਹ ਸ਼ਾਇਦ ਇੱਕੋ ਚੀਜ਼ ਆ। ਇਹ ਥੋੜ੍ਹਾ ਜਿਹਾ ਇੱਕ ਫਰਕ ਆ, ਆਪਾਂ ਖਰੇ ਸਮੇਂ ਦੀ ਚਰਚਾ ਨਹੀਂ ਕਰ ਰਹੇ, ਇਸ ਲਈ ਕਈ ਉਹਨਾਂ ਦੇ ਜਿਹੜੇ ਮੈਂ ਤਾਂ ਸ਼ਬਦ ਵਰਤੇ ਆ ਕਿ ਕੁਝ ਆਵਾਗਮਨ 'ਚ ਵਿਸ਼ਵਾਸ ਕਰਦੇ ਆ, ਕੁਝ ਪੁਨਰ ਜਨਮ ਵਿੱਚ, ਪਰ ਇਹ ਸਾਰੇ ਹੀ ਮੰਨਦੇ ਆ ਉਹਨਾਂ ਦਾ ਜਿਹੜੇ ਵੱਖੋ ਵੱਖਰੀਆਂ ਸੰਪਰਦਾਵਾਂ ਕਿ ਮੌਤ ਨਾਲ ਸਭ ਕੁਝ ਨਸ਼ਟ ਨਹੀਂ ਹੁੰਦਾ। ਜਿਹੜੇ ਆਤਮਾ ਵਿੱਚ ਵਿਸ਼ਵਾਸ ਕਰਦੇ ਆ ਉਹਨਾਂ ਦਾ ਤਾਂ ਖੈਰ ਬਲੀਫ ਸਿਸਟਮ ਬਣਿਆ ਹੀ ਹੋਇਆ ਆ ਕਿ ਜਿਹੜਾ ਮਨੁੱਖ ਜਿਹੜਾ ਉਹ ਕਿਸੇ ਰੂਪ ਵਿੱਚ ਜਿਉਂਦਾ ਰਹਿੰਦਾ, ਉਹ ਨਰਕ ਸੁਰਗ ਦੀ ਭਾਵਨਾ ਇਹਦੇ ਵਿੱਚੋਂ ਉਪਜਦੀ ਆ। ਈਵਨ ਜਿੰਨੇ ਵੀ ਧਰਮ ਕਰਮ ਜ਼ਿਆਦਾਤਰ ਮਨੁੱਖ ਦੀ ਮੌਤ ਮਗਰੋਂ ਕੀਤੇ ਜਾਂਦੇ ਆ, ਜਿਹੜੀ ਈਵਨ ਪਾਠ ਕੀਤਾ ਜਾਂਦਾ, ਅਰਦਾਸ ਕੀਤੀ ਜਾਂਦੀ ਆ, ਦਾਨ ਪੁੰਨ ਕੀਤਾ ਜਾਂਦਾ, ਉਹ ਸਭ ਕਾਸੇ ਦੇ ਪਿੱਛੇ ਭਾਵਨਾ ਇਹੀ ਆ ਕਿ ਉਹ ਮਨੁੱਖ ਸਰੀਰਕ ਮੌਤ ਨਾਲ ਉਹਦਾ ਅੰਤ ਨਹੀਂ ਹੋਇਆ। ਠੀਕ। ਤੋ ਕਿਉਂਕਿ ਆਪਾਂ ਮੁੱਖ ਰੂਪ ਵਿੱਚ ਇੱਥੇ ਸ਼ਰਾਧਾਂ ਦੀ ਗੱਲ ਕਰ ਰਹੇ ਹਾਂ, ਤੋ ਹਿੰਦੂ ਧਰਮ ਵਿੱਚ ਉਹਨਾਂ ਵਿੱਚ ਐਸਾ ਵਿਸ਼ਵਾਸ ਹੈ, ਉਹਨਾਂ ਦੀ ਇੱਕ ਸਮਾਜਿਕ ਪ੍ਰਥਾ ਕਿ ਸ਼ਰਧਾ ਪੂਰਵਕ ਜਿਹੜਾ ਉਹ ਸ਼ਾਸਤਰੀ ਵਿਧੀ ਅਨੁਸਾਰ, ਮਰਿਆਦਾ ਅਨੁਸਾਰ ਜੋ ਉਹਨਾਂ ਨੇ ਆਪਣੇ ਪਿਤਰਾਂ ਨੂੰ, ਜਿਹੜੇ ਪਿੱਤਰ ਆ ਜਿਹੜੇ ਚਲਾਣਾ ਕਰ ਚੁੱਕੇ ਪ੍ਰਾਣੀ ਆ, ਉਹਨਾਂ ਨੂੰ ਤ੍ਰਿਪਤੀ ਲਈ ਜਿਹੜਾ ਕੀਤਾ ਗਿਆ ਧਾਰਮਿਕ ਜਿਹੜੀ ਕ੍ਰਿਤਾ, ਇਹਨੂੰ ਸ਼ਰਧਾ ਨਾਲ ਕੀਤਾ ਹੋਇਆ ਕਰਮ ਜਿਹੜਾ ਇਹ ਕਿਹਾ ਜਾਂਦਾ। ਜਿਹੜੇ ਇਹਨਾਂ ਦੇ ਪੁਰਾਤਨ ਗ੍ਰੰਥ ਆ, ਹਾਂ, ਉਹਨਾਂ ਵਿੱਚ ਇਹ ਮਤਭੇਦ ਆ। ਕਿਸੇ ਨੇ ਲਿਖਿਆ ਕਿ ਜਿਹੜਾ ਮਨੋ ਸਿਮਰਤੀ ਆ ਇਹ 5 ਪ੍ਰਕਾਰ ਦੇ ਸ਼ਰਾਧ ਮੰਨਦੀ ਆ। ਜਿਹੜਾ ਇੱਕ ਹੋਰ ਜਿਹੜਾ ਇਹਨਾਂ ਦਾ ਗ੍ਰੰਥ ਆ ਵਿਸ਼ਵਾਮਿਤਰ ਨੇ ਜਿਹੜੇ ਆ
ਇਹਨਾਂ ਨੇ ਜਿਹੜੇ ਗਿਣਤੀ ਜਿਹੜੀ ਆ ਉਹ 12 ਤੱਕ ਕੀਤੀ ਹੋਈ ਆ। ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਨੇ ਮੁੱਖ ਰੂਪ ਵਿੱਚ ਜਿਹੜੇ ਉਹ 4 ਤਰ੍ਹਾਂ ਦੇ ਜਿਹੜੇ ਉਹ ਸ਼ਰਾਧ ਆ ਉਹਨਾਂ ਦਾ ਜ਼ਿਕਰ ਕੀਤਾ ਹੋਇਆ। ਜਿਹੜੇ ਭਾਈ ਕਾਹਨ ਸਿੰਘ ਨਾਭਾ ਅਨੁਸਾਰ ਜੋ ਉਹਨਾਂ ਨੇ ਮਹਾਨ ਕੋਈ ਵੀ ਦਿੱਤੇ ਹੋਏ ਆ, ਉਹ ਜਿਹੜਾ ਪਹਿਲੀ ਤਰ੍ਹਾਂ ਦਾ ਸ਼ਰਾਧ ਆ ਉਹ ਨਿਤਿਆ ਹੈਗਾ, ਫਿਰ ਪਾਰਵਨ, ਖਿਆਈ ਤੇ ਮਹਾਲਿਆ। ਇਹਨਾਂ ਦਾ ਭੇਦ ਇਹ ਵਾ, ਫਰਕ ਇਹ ਆ ਕਿ ਜਿਹੜੇ ਨਿਤ ਜਿਹੜਾ ਸ਼ਰਾਧ ਜਿਹਨੂੰ ਕਹਿੰਦੇ ਆ ਨਿਤ ਜਾਂ ਨਿਤ ਸ਼ਰਾਧ ਹੁੰਦਾ, ਇਹ ਜੋ ਨਿਤ ਹੀ ਪਰ ਰੋਜ਼ਾਨਾ ਹੀ ਦੇਵਤਾ ਪਿਤਰਾਂ ਨੂੰ ਜਲ ਦੇਣਾ, ਇਹ ਜਿਹੜਾ ਸ਼ਰਾਧ ਦਾ ਇੱਕ ਪਹਿਲਾ ਰੂਪ ਮੰਨਿਆ ਗਿਆ। ਜਿਹੜਾ ਪਾਰਵਨ ਹੈਗਾ, ਇਸ ਸ਼ਰਾਧ ਤੋਂ ਭਾਵ ਆ ਜਿਹੜਾ ਮੱਸਿਆ ਜਾਂ ਪੂਰਨਮਾਸ਼ੀ ਨੂੰ ਜਿਹੜਾ ਆਪਣੇ ਪਿਤਰਾਂ ਦੇ ਚਲਾਣਾ ਕਰ ਚੁੱਕੇ ਪ੍ਰਾਣੀਆਂ ਨਿਮਿਤ ਪ੍ਰਸ਼ਾਦਾ ਛਕਾਇਆ ਜਾਂਦਾ, ਇਹਨੂੰ ਜਿਹੜਾ ਉਹ ਪਾਰਵਨ ਸ਼ਰਾਧ ਆਖਿਆ ਜਾਂਦਾ। ਫਿਰ ਰੱਖਿਆ ਹੀ ਹੈਗਾ, ਇਹ ਜਿਹੜੇ ਪਿਤਰ ਆ ਜਿਹੜੇ ਵਡੇਰੇ ਆ, ਉਹ ਜਿਹੜੇ ਜਿਸ ਮਹੀਨੇ ਅਤੇ ਤਿਥ ਵਿੱਚ ਉਹਨਾਂ ਦੀ ਮੌਤ ਹੋਈ ਆ, ਉਸ ਦਿਨ ਪ੍ਰਸ਼ਾਦਾ ਤੇ ਦਾਨ ਪੁੰਨ ਕਰਨਾ, ਇਹ ਖਿਆਈ ਸ਼ਰਾਧ ਅਖਾਉਂਦਾ। ਪਰ ਜ਼ਿਆਦਾਤਰ ਜਿਹੜਾ ਪ੍ਰਚਲਿਤ ਆ ਜਿਹੜੀ ਸ਼ਰਾਧਾਂ ਦੀ ਗੱਲ ਆਉਂਦੀ ਆ, ਉਹ ਸ਼ਰਾਧ ਜਿਹੜੇ ਹੈਗੇ ਆ ਉਹ ਜੋ 80 ਮਹੀਨਾ ਜਿਹੜਾ ਹੈਗਾ ਇਹਦੇ ਹਨੇਰੇ ਪੱਖ ਵਿੱਚ ਜਿਹੜੇ ਆ, ਪਹਿਲੇ ਪੱਖ ਵਿੱਚ ਜਿਹੜੇ ਸ਼ਰਾਧ ਆ ਉਹਨਾਂ ਨੂੰ ਅਕਸਰ ਆਮ ਤੌਰ ਤੇ ਇਹਨਾਂ ਨੂੰ ਸ਼ਰਾਧ ਸਮਝਿਆ ਜਾਂਦਾ। ਇਹਨਾਂ ਦਿਨਾਂ ਵਿੱਚ ਈਵਨ ਜਿਹੜੇ ਆ ਬਹੁਤ ਸਾਰੇ ਸਿੱਖ ਪਰਿਵਾਰ ਵੀ, ਭਾਵੇਂ ਹੁਣ ਰਿਵਾਜ ਘਟਦਾ ਜਾ ਰਿਹਾ, ਪਰ ਪਹਿਲਾਂ ਆਮ ਤੌਰ ਤੇ ਬਹੁਤ ਸਾਰੇ ਸਿੱਖ ਪਰਿਵਾਰ ਵੀ ਸ਼ਰਾਧ ਕਰਦੇ ਸੀ ਅਤੇ ਟਾਵੇਂ ਅੱਜ ਵੀ ਕਰਦੇ ਆ। ਪਿੱਛੇ ਜਿਹੜਾ ਭਾਵਨਾ ਜਿਹੜੀ ਆ ਜਾਂ ਜਿਹੜੀ ਸੋਚ ਆ, ਮਨੋਤ ਆ, ਉਹ ਇਹ ਆ ਜਾਂ ਹਿੰਦੂ ਵੀਰਾਂ 'ਚ ਹੈਗਾ ਕਿ ਇਸ ਮਹੀਨੇ ਜਿਹੜੇ ਪਿਤਰ ਸਾਡੇ ਆ, ਉਹ ਪਿਤਰ ਲੋਕ ਤੋਂ ਮਾਤ ਲੋਕ ਵਿੱਚ ਆ ਜਾਂਦੇ ਆ। ਇਹ ਮੰਨਿਆ ਜਾਂਦਾ ਕਿਉਂਕਿ ਮਨੁੱਖ ਦੀ ਸਰੀਰਕ ਮੌਤ ਨਾਲ ਇਹਦਾ ਅੰਤ ਨਹੀਂ ਹੁੰਦਾ, ਤਾਂ ਇਹਦੇ ਨਾਲ ਇਹ ਵਿਸ਼ਵਾਸ ਜਿਹੜਾ ਕੀਤਾ ਜਾਂਦਾ ਕਿ ਜਿਸ ਤਰ੍ਹਾਂ ਜਿਉਂਦੇ ਮਨੁੱਖ ਦੀਆਂ ਲੋੜਾਂ ਹੈਗੀਆਂ, ਸਰੀਰਕ ਲੋੜਾਂ, ਇਸੇ ਤਰ੍ਹਾਂ ਮਰਨ ਮਗਰੋਂ ਵੀ ਇਹ ਲੋੜਾਂ ਉਸੇ ਤਰ੍ਹਾਂ ਬਰਕਰਾਰ ਰਹਿੰਦੀਆਂ। ਤਾਂ ਇਹ ਮੰਨਿਆ ਜਾਂਦਾ ਕਿ ਇਹਨਾਂ ਦਿਨਾਂ ਵਿੱਚ ਜਿਹੜੇ ਪਿਤਰ ਆ ਉਹ ਪਿਤਰ ਲੋਕ ਤੋਂ ਮਾਤ ਲੋਕ ਵਿੱਚ ਆ ਜਾਂਦੇ ਆ, ਪਰ ਧਰਤੀ ਤੇ ਆ ਜਾਂਦੇ ਆ। ਜਿਹੜਾ ਇਹਨਾਂ ਦਿਨਾਂ ਵਿੱਚ ਉਹਨਾਂ ਨਿਮਿਤ ਸ਼ਰਾਧ ਕੀਤਾ ਜਾਂਦਾ, ਇਹ ਸ਼ਰਾਧ ਜਿਹੜਾ ਇਹ ਬ੍ਰਾਹਮਣ ਹੈ ਉਹਨਾਂ ਦਾ ਵਿਸ਼ਵਾਸ ਸੀਗਾ ਕਿ ਜੇ ਅਸੀਂ ਇਹਨਾਂ ਨੂੰ ਛਕਾਉਂਦੇ ਆ ਤਾਂ ਇਹਨਾਂ ਰਾਹੀਂ ਇਹ ਸਾਡੇ ਪਿਤਰਾਂ ਤੱਕ ਪੜਦਾ। ਜੇਕਰ ਅਸੀਂ ਪਿਤਰਾਂ ਨੂੰ ਉਹਨਾਂ ਨਿਮਿਤ ਸ਼ਰਾਧ ਨਹੀਂ ਕਰਦੇ ਤਾਂ ਪਿਤਰ ਜਿਹੜੇ ਸਾਡੇ ਆ ਉਹ ਭੁੱਖੇ ਪਾਣੇ ਫਿਰ ਵਾਪਸ ਪਿਤਰ ਲੋਕ ਨੂੰ ਮੁੜ ਜਾਂਦੇ ਆ। ਔਰ ਮੁੜਦੇ ਹੀ ਨਹੀਂ ਬਲਕਿ ਉਹ ਸਾਨੂੰ ਜੀਵਨ ਵੀ ਪ੍ਰਭਾਵਿਤ ਕਰਦੇ ਆ, ਸਾਨੂੰ ਸ਼ਰਾਪ ਦਿੰਦੇ ਆ। ਸਾਡੇ ਜੀਵਨ ਜਿਹੜਾ ਆਉਣ ਵਾਲਾ ਸਮਾਂ ਉਹਨੂੰ ਨਰਕ ਬਣਾਉਣ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਆ। ਔਰ ਦੇਖੋ ਹਾਸੋਹੀਣੀ ਗੱਲ ਇਹ ਆ ਕਿ ਸਾਡੇ ਇਤਿਹਾਸ ਵਿੱਚ ਇਹ ਠੀਕ ਆ ਕਿ ਕਈਆਂ ਨੇ ਗੁਰੂ ਸਾਹਿਬਾਨ ਦੇ ਮੂੰਹੋਂ ਇਹਦਾ ਖੰਡਨ ਕਰਵਾਇਆ, ਪਰ ਫਿਰ ਇਹ ਵੀ ਕਢਵਾ ਦਿੱਤਾ ਕਿ ਜਿਹੜੇ ਸਿੱਖਾਂ ਦੇ ਪਿਤਰ ਆ, ਮਤਲਬ ਪਿਤਰਾਂ ਵਿੱਚ ਵੀ ਵੰਡ ਕਰ ਦਿੱਤੀ। ਜੀਵਨ ਦੇ ਵਿੱਚ ਵੰਡਾਂ ਤਾਂ ਹੈ ਹੀ ਆ, ਪਰ ਮਰਨ ਮਗਰੋਂ ਵੀ ਆਖਿਆ ਕਿ ਜਿਹੜੇ ਸਿੱਖਾਂ ਦੇ ਪਿਤਰ ਆ, ਇਹ ਜਦੋਂ ਇਸ ਧਰਤੀ ਤੇ ਇਹਨਾਂ ਦਿਨਾਂ ਵਿੱਚ ਆਉਂਦੇ ਆ ਤਾਂ ਜਿਹੜੇ ਸਿੱਖ ਹੈਗੇ ਆ, ਜਿਹੜਾ ਸਿੱਖਾਂ ਨੂੰ ਪ੍ਰਸ਼ਾਦਾ ਛਕਾਓਗੇ ਤਾਂ ਫਿਰ ਉਹ ਸਿੱਖਾਂ ਰਾਹੀਂ ਉਹਨਾਂ ਤੱਕ ਪੜਦਾ, ਉਹ ਸਿੱਖਾਂ ਵਿੱਚ ਆ ਜਾਂਦੇ ਆ। ਉਹ ਸਿੱਖਾਂ ਦੇ ਰੂਪ ਵਿੱਚ ਆ ਕੇ ਉਹ ਇਹ ਪ੍ਰਸ਼ਾਦਾ ਛਕਦੇ ਆ, ਉਹ ਤ੍ਰਿਪਤ ਹੋ ਕੇ ਸਾਨੂੰ ਅਸੀਸਾਂ ਦੇ ਕੇ ਵਾਪਸ ਮੁੜ ਜਾਂਦੇ ਆ। ਇੱਕ ਤਰ੍ਹਾਂ ਨਾਲ ਅਸੀਂ ਦੇਖੀਏ ਕਿ ਜਿਹੜਾ ਇਹ ਕਰਮ ਕੀਤਾ ਜਾਂਦਾ, ਇਹ ਠੀਕ ਆ ਕਿ ਵੱਖੋ ਵੱਖਰੀਆਂ ਲੋਕਾਂ ਦੀਆਂ ਮਨੌਤਾਂ ਜਿਹੜੇ ਇਸ ਸੰਬੰਧ ਵਿੱਚ ਉਹਨਾਂ ਦਾ ਬਿਲੀਫ ਸਿਸਟਮ ਬਣੇ ਹੋਏ ਆ, ਪਰ ਇਹ ਗੱਲ ਜਿਹੜੀ ਆ ਉਹ ਤਕਰੀਬਨ ਸਾਰਿਆਂ ਵਿੱਚ ਮਿਲਦੀ ਆ, ਸਾਂਝੀ ਆ। ਇਹ ਵਿਸ਼ਵਾਸ ਕਿ ਜਿਹੜੇ ਪਿਤਰ ਆ ਉਹ ਮਰ ਕੇ ਵੀ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਆ, ਸਾਡਾ ਦੁੱਖ ਸੁੱਖ ਬਹੁਤ ਕੁਝ ਸੰਬੰਧ ਕਰਦਾ, ਉਹਨਾਂ ਤੇ ਨਿਰਭਰ ਕਰਦਾ। ਜੇਕਰ ਉਹ ਪ੍ਰਸੰਨ ਹੋਣਗੇ ਤਾਂ ਉਹ ਸਾਨੂੰ ਅਸੀਸਾਂ ਦੇਣਗੇ, ਜੇਕਰ ਉਹ ਪ੍ਰਸੰਨ ਨਹੀਂ ਹੋਣਗੇ, ਅਸੀਂ ਉਹਨਾਂ ਲਈ ਕੋਈ ਕਰਮ ਨਹੀਂ ਕਰਾਂਗੇ ਤਾਂ ਸਾਨੂੰ ਉਹ ਬਦ ਅਸੀਸ ਦੇਣਗੇ। ਇਸ ਲਈ ਗੁਰਬਾਣੀ ਵਿੱਚ ਆਪਾਂ ਅੱਗੇ ਜਾ ਕੇ ਵਿਚਾਰ ਕਰਾਂਗੇ ਕਿ ਇਸ ਪੱਖ ਨੂੰ ਕਿਸ ਰੂਪ ਵਿੱਚ ਦਰਸਾਇਆ ਹੋਇਆ। ਤਾਂ ਤੁਸੀਂ ਸਵਾਲ ਉਠਾਇਆ ਸੀ ਵੀ ਕਿਉਂ ਕੀਤਾ ਜਾਂਦਾ, ਪਿੱਛੇ ਭਾਵਨਾ ਕੀ ਆ। ਤਾਂ ਮੁੱਖ ਰੂਪ ਵਿੱਚ ਜਿਹੜੀ ਸ਼ਰਾਧ ਦਾ ਭਾਵ ਸ਼ਰਧਾ ਨਾਲ ਕੀਤਾ ਹੋਇਆ ਆਪਣਾ ਪਿਤਰਾਂ ਨਿਮਿਤ ਕਰਮ ਆ, ਅਤੇ ਇਸ ਪਿੱਛੇ ਜਿਹੜੀ ਭਾਵਨਾ ਸੀ ਉਹ ਆ ਭਾਵਨਾ ਸੀ ਜੀ। ਇਹਦੇ ਨਾਲ ਜਿਹੜੀ ਇੱਕ ਭਾਈ ਬਾਲੇ ਵਾਲੀ ਸਾਖੀ ਜਾਂ ਹੋਰ ਸਾਖੀਆਂ ਦੇ ਵਿੱਚ ਵੀ ਇਹਦੇ ਬਾਰੇ ਇੱਕ ਆਉਂਦਾ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਕਹਿੰਦੇ ਆ ਜੀ ਜੋਤੀ ਜੋਤ ਸਮਾਉਣ ਲੱਗੇ, ਉਦੋਂ ਮਾਤਾ ਜੀ ਦੇ ਮਾਤਾ ਸੁਲੱਖਣੀ ਜੀ ਨੇ ਕਿਹਾ ਕਿ ਬਈ
2 ਦਿਨ ਰੁਕ ਜਾਓ, ਪਿਤਾ ਜੀ ਦਾ ਸਰਾਧ ਕਰਕੇ ਜਾਣਾ। ਜਦ ਕਿ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਵਿੱਚ ਆਸਾ ਦੀ ਵਾਰ ਵਿੱਚ ਇਹਦਾ ਖੰਡਨ ਵੀ ਕਰਦੇ ਆ। ਸੋ ਇਹ 2 ਚੀਜ਼ਾਂ ਨੂੰ ਅਸੀਂ ਕਿੱਦਾਂ ਕੋਰਿਲੇਟ ਕਰਦੇ ਆ ਜਾਂ ਸਿੰਕਰੋਨਾਈਜ਼ ਕਰਦੇ ਆ? ਹਾਂ, ਇਹ ਠੀਕ ਆ ਕਿ ਇਹਦੇ ਸਾਖੀਆਂ ਵਿੱਚ ਜਿਹੜਾ ਲਿਖਿਆ ਹੋਇਆ, ਔਰ ਫਿਰ ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਨੂੰ ਹੋਰ ਬੜੇ ਵਿਸਤਾਰ ਨਾਲ ਜਿਹੜਾ ਉਹ ਇਸ ਪ੍ਰਸੰਗ ਦਾ ਜ਼ਿਕਰ ਕੀਤਾ ਹੋਇਆ। ਹਾਂਜੀ। ਤਾਂ ਭਾਈ ਕਾਹਨ ਸਿੰਘ ਨਾਭੇ ਦੇ ਸਾਹਮਣੇ ਵੀ ਇਹ ਸਵਾਲ ਆਉਂਦਾ, ਤੋਂ ਪਹਿਲਾਂ ਆਪਾਂ ਉਹਨਾਂ ਦੇ ਉੱਤਰ ਦੀ ਚਰਚਾ ਕਰ ਲੈਨੇ ਆ। ਠੀਕ ਹੈ। ਕਿ ਭਾਈ ਕਾਹਨ ਸਿੰਘ ਦੀ ਇਹ ਲਿਖਤ ਆ, ਉਹ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਅਸੂ ਸੁਧੀ 10 ਨੂੰ ਜੋਤੀ ਜੋਤ ਸਮਾਈ ਸੀ। ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣੀ ਕੋਈ ਕਲਪਨਾ ਨਹੀਂ ਕੀਤੀ। ਠੀਕ। ਕਹਿੰਦੇ ਜਿੱਦਾਂ ਮਹਿਮਾ ਪ੍ਰਕਾਸ਼ ਆ, ਪ੍ਰਾਚੀਨ ਸਾਖੀਆਂ ਹੈਗੀਆਂ, ਗਿਆਨ ਰਤਨਾਵਲੀ ਆ, ਇਹ ਜਿਹੜੀਆਂ ਸਾਡੀਆਂ ਪੁਰਾਣੀਆਂ ਪੁਸਤਕਾਂ ਹੈਗੀਆਂ, ਇਹਨਾਂ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਜਿਹੜਾ ਸਮਾਂ, ਉਹ ਜਿਹੜੀ ਆ ਉਹ ਸੁਧੀ ਲਿਖਦੇ ਆ, ਵਧੀ ਨਹੀਂ ਲਿਖਦੇ। ਠੀਕ। ਤੋਂ ਪਰ ਅੱਗੇ ਚੱਲ ਕੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਆ, ਉਹ ਜਿਹੜੇ ਸ਼ਰਾਧ ਮਹਾਤਮ ਪ੍ਰਗਟ ਕਰਨ ਵਾਲੇ, ਇਹ ਭਾਈ ਕਾਹਨ ਸਿੰਘ ਦੇ ਸ਼ਬਦ ਆ ਕਿ ਸ਼ਰਾਧ ਮਹਾਤਮ ਪ੍ਰਗਟ ਕਰਨ ਵਾਲੇ ਪ੍ਰਪੰਚੀਆਂ ਨੇ, ਉਹ ਪ੍ਰਪੰਚੀ ਸ਼ਬਦ ਵਰਤਦੇ ਆ ਕਿ ਕਈ ਸਾਖੀਆਂ ਵਿੱਚ ਸ਼ਰਾਧਾਂ ਦੀ 10ਵੀਂ ਲਿਖ ਦਿੱਤੀ, ਸੁਧੀ ਦੀ ਥਾਂ ਉਹਨਾਂ ਨੇ ਵਧੀ ਲਿਖ ਦਿੱਤੀ, ਕਿਉਂਕਿ ਸ਼ਰਾਧਾਂ ਵਿੱਚ ਆਉਂਦੀ ਆ, ਇਸ ਲਈ ਉਹਨਾਂ ਨੇ ਉਹ 33 ਬਦਲ ਦਿੱਤੀ। ਭਾਈ ਸਾਹਿਬ ਫਿਰ ਲਿਖਦੇ ਆ ਕਿ ਆਪ ਇਤਨਾ ਹੀ ਵਿਚਾਰੋ ਕਿ ਜੋ ਗੁਰੂ ਨਾਨਕ ਸਾਹਿਬ ਆਪਣੇ ਪਵਿੱਤਰ ਸ਼ਬਦਾਂ ਵਿੱਚ ਸ਼ਰਾਧ ਆਦਿ ਕਰਮਾਂ ਦਾ ਖੰਡਨ ਕਰਦੇ ਰਹੇ ਹਨ ਅਤੇ ਗਿਆਪੁਰ ਪਿੰਡ ਦਾਨ ਆਦਿ ਦੇਣ ਤੋਂ ਇਨਕਾਰੀ ਹਨ, ਕੀ ਉਹ ਸ਼ਰਾਧ ਕਰ ਸਕਦੇ ਹਨ? ਕਿ ਉਹਨਾਂ ਨੇ ਸਵਾਲ ਕੀਤਾ ਆ ਕਿ ਕੀ ਅਸੀਂ ਕਲਪਨਾ ਕਰ ਸਕਦੇ ਹਾਂ? ਬਿਲਕੁਲ। ਦੇਖੋ, ਜਿਹੜੀਆਂ ਸਾਖੀਆਂ ਜਿਹੜੀਆਂ ਸਾਡੀ ਜਿਹੜੀ ਇੱਕ ਆਮ ਸਮੱਸਿਆ ਜਿਹੜੀ ਸਾਡੀ ਲੇਖਕਾਂ ਦੀ, ਪ੍ਰਚਾਰਕਾਂ ਦੀ, ਕਿ ਜਦੋਂ ਕੋਈ ਇਹੋ ਜਿਹੇ ਜਿਹੜੇ ਪ੍ਰਸੰਗ ਆ, ਕਹਾਣੀਆਂ ਇਹਨਾਂ ਦਾ ਜ਼ਿਕਰ ਕਰਦੇ ਆ, ਤਾਂ ਉਹ ਆਪਣੇ ਆਪ ਨੂੰ ਇਹ ਦੱਸਣ ਲਈ ਕਿ ਅਸੀਂ ਜੋ ਆਖਦੇ ਆ ਇਹ ਕਲਪਨਾ ਨਹੀਂ, ਆਪਣੇ ਵੱਲੋਂ ਬਣਾ ਕੇ ਨਹੀਂ ਗੱਲ ਕਰ ਰਹੇ, ਇਸ ਲਈ ਉਹ ਆਖਦੇ ਜੀ ਇਹ ਫਲਾਣੇ ਪੁਸਤਕ ਵਿੱਚ ਲਿਖੀ ਆ, ਫਲਾਣੇ ਗ੍ਰੰਥ ਵਿੱਚ ਲਿਖੀ ਆ, ਵੀ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ। ਜਿਵੇਂ ਕਿ ਜਿਹੜੇ ਇਹ ਗ੍ਰੰਥ ਆ, ਜਿਹੜੀਆਂ ਪੁਸਤਕਾਂ, ਕਿ ਜਿਵੇਂ ਕਿ ਇਹ ਬੜੀਆਂ ਆਥੈਂਟਿਕ ਹੋਣ। ਦੇਖੋ, ਸਾਡੇ ਲਈ ਗੁਰੂ ਕੀ ਬਾਣੀ ਤੋਂ ਬਿਨਾਂ ਹੋਰ ਕੋਈ ਵੀ ਐਸਾ ਗ੍ਰੰਥ ਨਹੀਂ, ਕੋਈ ਪੁਸਤਕ ਨਹੀਂ ਕਿ ਜਿਹਨੂੰ ਅਸੀਂ ਗੁਰਬਾਣੀ ਤੋਂ ਉੱਪਰ ਮੰਨ ਲਈਏ ਕਿ ਗੁਰਬਾਣੀ ਜਿਸ ਚੀਜ਼ ਦਾ ਖੰਡਨ ਕਰ ਰਹੀ ਆ ਔਰ ਮੇਰੇ ਤੁਹਾਡੇ ਵਰਗਾ ਲਿਖਣ ਵਾਲਾ ਉਸ ਨੂੰ ਉਲਟ ਲਿਖ ਰਿਹਾ, ਅਤੇ ਅਸੀਂ ਇਹ ਮੰਨ ਲਈਏ ਕਿ ਜੀ ਜੋ ਗੁਰੂ ਸਾਹਿਬ ਨੇ ਆਖਿਆ ਔਰ ਉਹ ਹੂ ਬਹੂ ਗੁਰਬਾਣੀ ਵਿੱਚ ਉਸ ਰੂਪ ਵਿੱਚ ਹੀ ਸੰਭਾਲਿਆ ਪਿਆ, ਉਸ ਰੂਪ ਸਾਡੇ ਤੱਕ ਅਪੜੇ ਆ, ਉਹ ਜਿਹੜਾ ਉਹ ਗਲਤ ਆ। ਪਰ ਮੇਰੇ ਤੁਹਾਡੇ ਵਰਗੇ ਜੋ ਕਲਪਨਾ ਕੀਤੀ ਆ ਉਹ ਠੀਕ ਆ। ਮਤੇ ਹਾਸੋ ਹੀ ਨਹੀਂ ਗੱਲ ਆ। ਇਸ ਲਈ ਸਾਡੇ ਜਿਹੜੇ ਪ੍ਰਮਾਣ ਵੀ ਦਿੰਦੇ ਆ ਵੀਰ ਭੈਣ, ਸਾਡੀ ਜਿਹੜੀ ਵਿਦਵਾਨ ਸ਼੍ਰੇਣੀ ਆ ਕਿ ਜੀ ਫਲਾਣੇ ਗ੍ਰੰਥ ਵਿੱਚ ਲਿਖਿਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਤਾਂ ਉਹਨਾਂ ਨੂੰ ਇਹ ਗੱਲ ਜ਼ਰੂਰ ਵਿਚਾਰਨ ਦਾ ਚਾਹੀਦਾ ਹੈ ਪੱਕ ਕਿ ਜੇ ਗੁਰੂ ਸਾਹਿਬ ਨੇ ਜੋ ਆਪ ਆਖਿਆ ਉਹ ਵਧੇਰੇ ਮੰਨਣ ਯੋਗ ਆ, ਉਹੀ ਸੱਚ ਆ। ਆਪਾਂ ਕਹਿ ਸਕਦੇ ਉਹੀ ਸੱਚ ਆ। ਜਿਹੜਾ ਮੇਰੇ ਤੁਹਾਡੇ ਵਰਗੇ ਨੇ ਗੁਰੂ ਸਾਹਿਬਾਂ ਦੇ ਮੂੰਹ ਵਿੱਚ ਪਾਇਆ, ਉਹਨਾਂ ਤੋਂ ਅਖਵਾਇਆ, ਉਹ ਸੱਚ ਨਹੀਂ। ਸੱਚ ਉਹ ਜਦ ਗੁਰੂ ਸਾਹਿਬ ਨੇ ਖੁਦ ਆਖਿਆ, ਉਹਨੂੰ ਸੰਭਾਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਉਸੇ ਤਰ੍ਹਾਂ ਉਹ ਮੌਜੂਦਾ ਸਾਡੇ ਤੱਕ ਅਪੜੇ ਆ। ਤੋ ਜਨਮ ਸਾਖੀਆਂ ਵਿੱਚ ਜਿਹੜਾ ਠੀਕ ਆ ਕਿ ਇਸ ਤਰ੍ਹਾਂ ਦੇ ਇੱਕ ਪ੍ਰਸੰਗ ਨੇ, ਬਹੁਤ ਸਾਰੇ ਪ੍ਰਸੰਗ ਆ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜੀਆਂ ਕਲਪਨਾ ਕੀਤੀਆਂ। ਦੇਖੋ, ਆਪਾਂ ਗੁਰੂ ਨਾਨਕ ਪ੍ਰਕਾਸ਼ ਦੀ ਗੱਲ ਹੀ ਕਰ ਰਹੀਏ, ਭਾਈ ਸੰਤੋਖ ਸਿੰਘ ਇੱਕ ਪਾਸੇ ਇਸ ਗੱਲ ਦਾ ਵੀ ਜ਼ਿਕਰ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਨੂੰ ਮਨਾ ਕਰਦੇ ਆ। ਇਹ ਵੀ ਜਿਨ੍ਹਾਂ ਨੇ ਇਹ ਪ੍ਰਸੰਗ ਲਿਖਿਆ ਆ, ਉਹਨਾਂ ਨੇ ਬੜੇ ਵਿਸਥਾਰ ਨਾਲ ਜ਼ਿਕਰ ਕੀਤਾ ਆ ਕਿ ਕਿਵੇਂ ਗੁਰੂ ਸਾਹਿਬ ਜਦੋਂ ਜੋਤੀ ਜੋਤ ਸਮਾਉਣ ਲੱਗਦੇ ਆ ਤਾਂ ਮਾਤਾ ਸੁਲੱਖਣੀ ਜੀ ਉਹਨਾਂ ਨੂੰ ਯਾਦ ਕਰਾਉਂਦੇ ਆ ਕਿ ਤੁਹਾਡੇ ਪਿਤਾ ਦਾ ਸਰਾਧ ਆ, ਜਿਹੜਾ ਤੁਹਾਡਾ ਪਿਤਾ ਜੀ 8 ਨੂੰ ਸਰਾਧ ਆ, ਉਹ ਜਿਹੜਾ ਉਹ ਫਿਰ ਕਿਸ ਤਰ੍ਹਾਂ ਹੋਊਗਾ ਤੁਸੀਂ ਜੀ ਹੁਣ ਜੋਤੀ ਜੋਤ ਸਮਾ ਕੇ? ਤਾਂ ਕਹਿੰਦੇ ਚੰਗਾ ਕੀਤਾ ਤੁਸੀਂ ਯਾਦ ਕਰਾ ਦਿੱਤਾ। ਉਹ ਆਖਣ ਲੱਗੇ ਉਹਨਾਂ ਨੇ ਜਿਹੜਾ ਜੋਤੀ ਜੋਤ ਸਮਾਉਣ ਦਾ ਪ੍ਰੋਗਰਾਮ ਸੀ ਮੁਲਤਵੀ ਕਰ ਦਿੱਤਾ। ਆਖਿਆ ਕਿ ਮੈਂ 8ਵੀਂ ਨੂੰ ਸਰਾਧ ਕਰਕੇ 9ਵੀਂ ਨੂੰ 10ਵੀਂ ਨੂੰ ਸਮਾਊਂਗਾ। ਤਾਂ ਫਿਰ ਇਸੇ ਤਰ੍ਹਾਂ ਹੋਇਆ ਕਿ ਮਹਾਰਾਜ 10ਵੀਂ ਨੂੰ ਜੋਤੀ ਜੋਤ ਸਮਾਏ। ਉਹ ਦੇਖੋ, ਇੰਨਾ ਹੀ ਨਹੀਂ, ਇਹਨਾਂ ਪੁਸਤਕਾਂ ਵਿੱਚ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਪ੍ਰਸੰਗ ਲਿਖੇ ਆ, ਉਹਨਾਂ ਨੇ ਇਸ ਤੋਂ ਇਲਾਵਾ ਇਹ ਵੀ ਲਿਖਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ 10ਵੀਂ ਵਾਲੇ ਦਿਨ ਵੀ ਜੋਤੀ ਜੋਤ ਸਮਾਉਣ ਲੱਗੇ ਤਾਂ ਉਹ ਆਪਣੇ ਪੁੱਤਰਾਂ ਨੂੰ ਸਿਰਿਆ ਕਰਦੇ ਆ, ਪਰ ਪੁੱਤਰ ਨਹੀਂ ਆਉਂਦੇ।
ਮਾਤਾ ਸੁਲੱਖਣੀ ਜੀ ਵੀ ਕਹਿੰਦੇ ਆ, ਪਹਿਲਾਂ ਕਹਿੰਦੇ ਨਹੀਂ ਆਉਂਦੇ, ਫਿਰ ਵਿਸ਼ਵਾਸ ਕਰ ਲੈਂਦੇ ਆ ਤਾਂ ਉਹ ਆਉਂਦੇ ਆ, ਪਰ ਜਦੋਂ ਉਹ ਪਹੁੰਚਦੇ ਆ ਉਦੋਂ ਗੁਰੂ ਸਾਹਿਬ ਜੋਤੀ ਜੋਤ ਸਮਾ ਚੁੱਕੇ ਹੁੰਦੇ ਆ। ਉਦੋਂ ਦੋਵੇਂ ਪੁੱਤਰ ਆ ਕੇ ਬੜਾ ਪਛਤਾਉਂਦੇ ਆ, ਵਿਲਾਪ ਕਰਦੇ ਆ। ਉਹਨਾਂ ਨੂੰ ਲੱਗਦਾ ਵੀ ਸੱਚਮੁੱਚ ਜੋ ਸੁਨੇਹਾ ਘੱਲਦੇ ਸੀਗੇ ਤੇ ਠੀਕ ਹੀ ਕਹਿੰਦੇ ਸੀਗੇ, ਪਰ ਵਿਲਾਪ ਕਰਦੇ ਫਿਰ ਉਹ ਵਾਸਾ ਪਾਉਂਦੇ ਆ ਗੁਰੂ ਸਾਹਿਬ ਨੂੰ, ਰੱਬ ਦਾ, ਪ੍ਰਮਾਤਮਾ ਦਾ, ਕਰਤਾਰ ਦਾ, ਕਿ ਤੁਹਾਨੂੰ ਉਹਨਾਂ ਦਾ ਵਾਸਾ ਸਾਡਾ ਦੋ ਘੜਿਆਂ ਦੋ ਗੱਲਾਂ ਕਰਕੇ ਜਾਓ, ਅਸੀਂ ਗੱਲਾਂ ਕਰਨਾ ਚਾਹੁੰਦੇ ਸੀ। ਤਾਂ ਫਿਰ ਕਹਿੰਦਾ, ਸਾਖੀ ਕਰਕੇ ਕਹਿੰਦੇ ਆ ਕਿ ਮਹਾਰਾਜ ਨੇ ਉਹਨਾਂ ਜਦੋਂ ਇਹ ਗੱਲ ਸੁਣੀ ਕਿ ਉਹਨਾਂ ਨੇ ਕਰਤਾਰ ਦਾ ਵਾਸਤਾ ਪਾਇਆ ਤਾਂ ਫਿਰ ਨੱਕਾਂ ਖੋਲ ਲਈਆਂ। ਠੀਕ ਆ। और महाराज उठ बैठे, आखन लगे, पुत्रा ਨੂੰ ਸੰਬੋਧਨ ਕਰਕੇ ਆਖਣ ਲੱਗੇ ਕਿ ਤੁਸੀਂ 2 ਘੜੀਆਂ ਦਾ ਸਮਾਂ ਮੰਗਿਆ, ਜੇ ਤੁਸੀਂ 4 ਯੁੱਗ ਵੀ ਮੰਗ ਲੈਂਦੇ, ਵਧੇਰਾ ਸਮਾਂ ਮੰਗ ਲੈਂਦੇ ਤੇ ਮੈਂ ਉਹਨਾਂ ਸਿਰ ਜਿਉਂਦਾ ਰਹਿੰਦਾ, ਪਰ ਤੁਸੀਂ ਕਿਉਂਕਿ 2 ਘੜੀਆਂ ਦਾ ਸਮਾਂ ਮੰਗਿਆ ਇਸ ਲਈ ਮੈਂ 2 ਘੜੀਆਂ ਹੀ ਰਹੂੰਗਾ। ਉਹ ਫਿਰ ਜੋ ਕੁਝ ਮੰਗਦਾ ਦਸਾਇਆ ਉਹਨਾਂ ਨੂੰ ਇਸ ਛਿਨ, ਤਾਂ ਉਹ ਫਿਕਰ ਦਸਾਇਆ ਕਿ ਅਸੀਂ ਕੀ ਕਰਾਂਗੇ, ਜੋ ਸੀ ਉਹ ਤੁਸੀਂ ਲੈਣੇ ਨੂੰ ਦੇ ਦਿੱਤਾ। ਤਾਂ ਗੁਰੂ ਸਾਹਿਬ ਦੇ ਮੂੰਹ ਬੋਲ ਕਢਵਾਏ ਆ ਕਿ ਜਿਹੜੇ ਸਾਧੂ ਮਹਾਤਮਾ ਪੀਰ ਫਕੀਰ ਉਹਨਾਂ ਦੇ ਕੁੱਤਿਆਂ ਨੂੰ ਵੀ ਜੇ ਲੋਕੀ ਪੁੱਜਦੇ ਆ, ਤੁਸੀਂ ਮੇਰੇ ਪੁੱਤਰ ਹੋ, ਬਿੰਦੀ ਪੁੱਤਰ ਹੋ। ਮਤਲਬ ਕਿਸ ਤਰ੍ਹਾਂ ਨਾਲ ਸਾਖੀਕਾਰਾਂ ਨੇ ਗੁਰੂ ਪੁੱਤਰਾਂ ਨੂੰ, ਜਿਹੜੇ ਗੁਰੂ ਪੁੱਤਰ ਗੁਰੂ ਦੀ ਆਗਿਆ ਵਿੱਚ ਰਹੇ, ਪੰਥ ਨੇ ਉਹਨਾਂ ਦਾ ਮਾਣ ਸਨਮਾਨ ਕੀਤਾ, ਕਰ ਰਹੇ ਆ, ਇਹਦੇ ਕੋਈ ਸੰਦੇਹ ਹੈ ਹੀ ਨਹੀਂ। ਪਰ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਨਹੀਂ ਮੰਨਿਆ, ਉਹਨਾਂ ਦੇ ਵਿਰੁੱਧ ਚੱਲੇ, ਉਹਨਾਂ ਨੂੰ ਪੰਥ ਨੇ ਦੁਰਕਾਰਿਆ। ਇਵਨ ਅੱਜ ਵੀ ਅਸੀਂ ਜਦੋਂ ਖੰਡੇ ਦੀ ਪੌਲ ਦਿੱਤੀ ਜਾਂਦੀ ਆ ਤਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਨਾਲ ਮੇਲ ਮਿਲਾਪ, ਬੇਟੀ ਰੋਟੀ ਦੀ ਸਾਂਝ ਨਹੀਂ ਰੱਖਣੀ, ਤਾਂ ਉਹਨਾਂ ਵਿੱਚ ਵੀ ਜਿਹੜੇ ਹੈਗੇ ਆ ਬਹੁਤ ਸਾਰੇ, ਕੋਣ ਧੀਰ ਮਲੀਏ, ਰਾਮ ਰਾਈਏ, ਇਹ ਕੌਣ ਹੈਗੇ ਆ? ਇਹ ਗੁਰੂ ਪੁੱਤਰ ਸੀ। ਤਾਂ ਪਾਵਸੀ ਜਿਹੜੇ ਇਹਨਾਂ ਨੂੰ ਗੁਰੂ ਦੇ ਤੁਲ ਮੰਨ ਕੇ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨ੍ਹਣ ਦੀ ਜਾਏ ਇਹਨਾਂ ਦੀ ਸਿੱਖਿਆ ਨੂੰ ਫਾਲੋ ਕਰਨ ਵਾਲੇ ਆ, ਖਾਲਸੇ ਪੰਥ ਦੇ ਪੈਰੋਕਾਰਾਂ ਨੇ ਉਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਤੋ ਦੇਖੋ, ਇੱਕ ਪਾਸੇ ਜਿਹੜਾ ਇਹ ਕੁਝ ਜਿਹੜੇ ਇਸ ਤਰ੍ਹਾਂ ਦੀਆਂ ਕਹਾਣੀਆਂ, ਬੜੀਆਂ ਹਾਸੋਹੀਣ ਕਹਾਣੀਆਂ ਇਹ ਪ੍ਰਚਲਿਤ ਕਰ ਦਿੱਤੀਆਂ ਹੋਈਆਂ, ਔਰ ਅਸੀਂ ਉਹਨਾਂ ਨੂੰ ਇਹਨਾਂ ਗ੍ਰੰਥਾਂ ਵਿੱਚੋਂ, ਪੁਸਤਕਾਂ ਵਿੱਚੋਂ ਪੜ੍ਹ ਕੇ ਅਸੀਂ ਉਹਨਾਂ ਨੂੰ ਸੱਚ ਮੰਨੀ ਬੈਠੇ ਹਾਂ ਔਰ ਇਹਨਾਂ ਦੀ ਉਦਾਹਰਨਾਂ ਦਿੰਦੇ ਹਾਂ। ਤੋ ਮੈਂ ਇੱਕ ਜ਼ਿਕਰ ਕਰ ਰਿਹਾ ਸੀ ਭਾਈ ਸੰਤੋਖ ਸਿੰਘ ਦਾ, ਕਿ ਭਾਈ ਸੰਤੋਖ ਸਿੰਘ ਇੱਕ ਪਾਸੇ ਇਹ ਲਿਖ ਆਏ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਅਜੇ ਛੋਟੀ ਉਮਰ ਦੇ ਸੀਗੇ, ਤਾਂ ਭਾਈ ਸੰਤੋਖ ਸਿੰਘ ਦੇ ਸ਼ਬਦ ਜਿਹੜੇ ਆ ਉਹ ਅਸੀਂ ਦਰਸ਼ਕਾਂ ਨਾਲ ਸਾਂਝੇ ਕਰ ਰਹੇ ਹਾਂ। ਉਹ ਲਿਖਦੇ ਆ ਕਿ ਸ਼ਰਾਧਾਂ ਦੇ ਦਿਨ ਸੀ ਤਾਂ ਮਹਿਤਾ ਕਾਲੂ ਜੀ ਆਪਣੇ ਪਿਤਾ ਜੀ ਦਾ ਸ਼ਰਾਧ ਕਰਨ ਲਈ ਉਹਨਾਂ ਨੇ ਸਾਰੀ ਜਿਹੜੀ ਸਮੱਗਰੀ ਆ ਉਹ ਮੰਗਵਾ ਲਈ ਆ। ਤੋ ਭਾਈ ਸੰਤੋਖ ਸਿੰਘ ਦੇ ਸ਼ਬਦ ਆ ਕਿ ਸਰਬ ਸੋਜ ਕਾਲੂ ਅਨਵਾਈ, ਰੀਤ ਸ਼ਰਾਧ ਕਰਵੇ ਬਨਵਾਈ, ਭੋਜਨ ਕਰਿਓ ਦਿਜਨ ਕੇ ਹੇਤਾ, ਭੀਰ ਭੂਰ ਪਰ ਰਹੀ ਨਕੇਤਾ। ਨਕੇਤਾ ਦਾ ਅਰਥ ਆ ਘਰ। ਤੋ ਫਿਰ ਕਹਿੰਦੇ ਆ ਕਿ ਪੰਡਤ ਇੱਕ ਬੁਲਾਏ ਤਹ ਕਾਲਾ, ਬੈਠਿਓ ਕਰਨ ਸ਼ਰਾਧ ਵਿਸ਼ਾਲਾ, ਤਬ ਚਲ ਸਹਿਜ ਸੁਭਾਵਕ ਆਏ, ਜੇ ਵੇਦੀ ਕੁਲ ਭਾਨ ਸੁਹਾਏ। ਜਦੋਂ ਇਹ ਸਭ ਕੁਝ ਇਸ ਤਰ੍ਹਾਂ ਦਾ ਵਰਤਾਰਾ ਵਰਤ ਰਿਹਾ ਸੀਗਾ ਤਾਂ ਉਸ ਸਮੇਂ ਸੁਭਾਵਕ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਟਹਿਲਦੇ ਹੋਏ ਉਸ ਥਾਂ ਤੇ ਆ ਬੈਠੇ ਪਹੁੰਚੇ। ਤੋ ਪਿਤ ਕੇ ਨਿਕਟ ਬੈਠ ਸੁਖ ਧਾਮਾ, ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਦੇ ਕੋਲ ਆ ਕੇ ਬੈਠ ਗਏ। ਤੋ ਉਸ ਸਮੇਂ ਬੈਠ ਕੇ ਉਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੂੰਹ ਜੋ ਪਿਤਾ ਜੀ ਨੂੰ ਸਵਾਲ ਕਰਦੇ ਆ, ਪੁੱਛਦੇ ਆ, ਭਾਈ ਸੰਤੋਖ ਸਿੰਘ ਆਪਣੇ ਸ਼ਬਦਾਂ ਵਿੱਚ ਉਹਨਾਂ ਦਾ ਵਰਣਨ ਕਰਦੇ ਆ, ਲਿਖ ਰਹੇ ਆ ਕਿ ਬਚਨ ਭੰਨੇ ਤਿਹ ਛਿਨ ਅਬਰਾਮਾ, ਪਰਚੇ ਕੌਣ ਕਾਜ ਮਹਿਤਾਤਾ, ਪਰ ਆਜਰ ਕਹੀਏ ਬ੍ਰਤਾਂਤਾ। ਜਦੋਂ ਪੁੱਛਦੇ ਆ ਪਿਤਾ ਜੀ ਨੂੰ ਕਿ ਪਿਤਾ ਜੀ ਸਾਡੇ ਘਰ ਬੜੀ ਚਹਿਲ ਪਹਿਲ ਆ, ਉਹ ਪੰਡਤ ਜੀ ਬੈਠੇ ਬੜੇ ਸਨਮਾਨ ਨਾਲ ਬਿਠਾਏ ਹੋਏ ਆ, ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਬਣ ਰਹੇ ਆ, ਬਣਾਏ ਜਾ ਰਹੇ ਆ। ਤੇ ਜਦੋਂ ਉਹਨਾਂ ਨੇ ਪੁੱਛਿਆ ਕਿ ਇਹ ਚਹਿਲ ਪਹਿਲ ਔਰ ਇਹਨਾਂ ਜਿਹੜੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣ ਰਹੇ ਆ ਔਰ ਪੰਡਤ ਜੀ ਉਚੇਚੇ ਤੌਰ ਤੇ ਆਏ ਹੋਏ ਆ, ਇਹਦਾ ਕਾਰਨ ਕੀ ਅੱਜ ਕੀ ਹੋ ਰਿਹਾ? ਤਾਂ ਗੁਰੂ ਨਾਨਕ ਸਾਹਿਬ ਦੇ ਮੂੰਹ ਇਹ ਸੁਣ ਕੇ ਤਾਂ ਪਿਤਾ ਜੀ ਆਖਣ ਲੱਗੇ ਕਿ ਸੁਨ ਕਰ ਕਾਲੂ ਬੈਨ ਉਚਾਰੇ, ਪਿਤਰਨ ਕੇਰੇ ਸ਼ਰਾਧ ਹਮਾਰੇ। ਗੁਰੂ ਨਾਨਕ ਸਾਹਿਬ ਨੂੰ ਪਿਤਾ ਜੀ ਨੇ ਦੱਸਿਆ ਕਿ ਬੇਟਾ ਅੱਜ ਸਾਡੇ ਪਿਤਰਾਂ ਦਾ ਸ਼ਰਾਧ ਆ, ਅਸੀਂ ਆਪਣੇ ਪਿਤਰਾਂ ਦਾ ਸ਼ਰਾਧ ਕਰ ਰਹੇ ਹਾਂ। ਦਿਵਸ ਅੱਜ ਕੇ ਕਰੈ ਸਦਾਈ, ਆਖਣ ਲੱਗੇ ਪਹਿਲੀ ਵਾਰ ਨਹੀਂ ਕਰ ਰਹੇ, ਇਹ ਜਿਹੜਾ
ਸ਼ਰਾਧ ਆ ਇਸ ਦਿਹਾੜੇ ਅਸੀਂ ਹਮੇਸ਼ਾ ਕਰਦੇ ਆਏ ਹਾਂ। ਹਾਂਜੀ ਇਹ ਸ਼ੁਭ ਰੀਤ ਸ਼ਰੂਤੀ ਮੇ ਗਾਈ, ਜਿਹੜੀਆਂ ਸ਼ਰੂਤੀਆਂ ਹੈਗੀਆਂ, ਜਿਹੜੇ ਸ਼ਾਸਤਰ ਹੈਗੇ ਆ, ਸਿਮਰਤੀਆਂ, ਉਹਨਾਂ ਵਿੱਚ ਇਸ ਬਾਰੇ ਜ਼ਿਕਰ ਕੀਤਾ ਹੋਇਆ। ਇਸ ਲਈ ਅਸੀਂ ਵੀ ਇਹਨਾਂ ਦਿਨਾਂ 'ਚ ਆਪਣੇ ਪਿਤਰਾਂ ਨਿਮਿਤ ਇਹ ਸ਼ਰਾਧ ਕਰਦੇ ਹਾਂ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਇਹ ਗੱਲ ਕਹਿੰਦੇ ਆ, ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਆ ਕਿ ਹੇ ਪਿਤ, ਸਤਿ ਬਚਨ ਤੁਮ ਮਾਨੋ, ਪੁੰਨ ਅਤਿਸ਼ੈ ਨਿਜ ਜਾਨੋ, ਪਿਤਰ ਗਏ ਅਸ ਤੁਮਰੇ ਅਸ ਠੌਰੀ, ਭੂਖੂ ਪਿਆਸ जहां नह थोरी। और फिर आखिया कि जिन नह श्राद्ध की करत उडीका, रहत सदीव तहां सुख नीका, जिनके मन अबलाखा नाही, करै श्राद्ध संतत क्यों ताही। ये भाई संतोख सिंह गुरु नानक साहब के मूँह ये शब्द कढवा रहे आ कि पिता जी के मूँह सुन के गुरु नानक साहब आखन लगे कि पिता जी, साडे पितर तां उस थां बैठे आ कि जिथे किसी का भुख प्यास है ही नहीं, वो तो बड़े आनंद विच आ। तो जिन्हां दे मन विच इस तरह की कोई अबलाका है ही नहीं, तो उन्हां दे विच जिहड़ा श्राद्ध करन दा जिहड़ा कोई अर्थ नहीं। ये भाई साहब खुद लिख के आए आ। असीं गल ठीक आ कि उन्होंने फिर अगे जाके फिर इसनूं हो जिहड़ी कल्पना दा रंग भरदे आ लिखिया कि कालू जी कहण लगे कि बेटा मैं जिन्ने तक अखी ना वेख लवां ਤਾਂ ਮੈਨੂੰ ਕਿਦਾਂ ਵਿਸ਼ਵਾਸ ਆਵੇ ਕਿ ਸਾਡੇ ਪਿੱਤਰ ਜਿਹੜੇ ਬੜੇ ਆਨੰਦ ਵਿੱਚ ਆ। ਤਾਂ ਗੁਰੂ ਨਾਨਕ ਸਾਹਿਬ ਆਖਣ ਲੱਗੇ ਕਿ ਤੁਸੀਂ ਆਪਣੀਆਂ ਅੱਖਾਂ ਬੰਦ ਕਰੋ। ਤਾਂ ਉਹਨਾਂ ਨੇ ਅੱਖਾਂ ਬੰਦ ਕੀਤੀਆਂ ਤਾਂ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਨੂੰ ਇਹ ਪਿਤਰ ਲੋਕ ਵਿੱਚ ਲੈ ਗਏ। ਜਦੋਂ ਪਿਤਾ ਜੀ ਉੱਥੇ ਪਹੁੰਚੇ ਤਾਂ ਇਹਨਾਂ ਦੇ ਵਡੇਰੇ ਸੀ, ਇਹਨਾਂ ਦੇ ਪਿਤਾ ਪਿਤਾਮਾ, ਉਹ ਸਾਰੇ ਇਹਨਾਂ ਦਾ ਸਤਿਕਾਰ ਕਰ ਉੱਠ ਕੇ ਖੜੇ ਹੋ ਗਏ ਕਾਲੂ ਜੀ ਦਾ। ਤਾਂ ਉਹਨਾਂ ਨੇ ਦੱਸਿਆ, ਸੰਖੇਪ ਵਿੱਚ ਬੇਨਤੀ ਕਰਾਂ ਕਿ ਬਈ ਕਾਲੂ ਤੂੰ ਤਾਂ ਬੜਾ ਭਾਗਾਂ ਵਾਲਾ, तेरे का ਜਿਹੜਾ ਜਨਮਿਆ ਉਹ ਸਧਾਰਨ ਮਨੁੱਖ ਨਹੀਂ, ਨਾਨਕ ਕੋਈ ਸਧਾਰਨ ਮਨੁੱਖ ਨਹੀਂ, ਉਹ ਤਾਂ ਰੱਬ ਆਪ ਆ। ਉਹ ਆਖਿਆ ਵੀ ਤੁਸੀਂ ਕਦੋਂ ਤੋਂ ਇਹ ਆਨੰਦ ਮਾਣ ਰਹੇ ਹੋ, ਕਦੋਂ ਜਦੋਂ ਤੁਹਾਡੇ ਘਰ ਤੇਰੇ ਘਰ ਪੁੱਤਰ ਜਨਮਿਆ, ਤਾਂ ਉਸ ਸਮੇਂ ਤੋਂ ਬਾਅਦ ਸਾਨੂੰ ਇਹ ਜਿਹੜਾ ਸੁੱਖ ਆਰਾਮ ਮਿਲ ਰਿਹਾ। ਭਾਵੇਂ ਉਹਨਾਂ ਦਾ ਕਲਪਨਾ ਦਾ ਰੰਗ ਭਰਦਿਆਂ ਹੋਇਆਂ ਆਪਣੇ ਢੰਗ ਨਾਲ ਇਹ ਦਰਸਾਇਆ ਕਿ ਇਸ ਮਗਰੋਂ ਫਿਰ ਕਾਲੂ ਜੀ ਨੇ ਆਪਣੇ ਪਿਤਰਾਂ ਨੂੰ ਸ਼ਰਾਧ ਨਹੀਂ ਕੀਤਾ। ਹੁਣ ਜਿਹੜਾ ਇੱਕ ਪਾਸੇ ਕਵੀ ਇਹ ਲਿਖ ਰਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਜੀ ਨੂੰ ਇਸ ਕਰਮ ਤੋਂ ਹਟਾਇਆ, ਤਾਂ ਦੂਜੇ ਪਾਸੇ ਉਸੇ ਲੇਖਕ ਨੇ, ਜੇ ਅਸੀਂ ਦੂਜਿਆਂ ਦੀ ਗੱਲ ਨਾ ਕਰੀਏ, ਭਾਈ ਸੰਤੋਖ ਤੱਕ ਹੀ ਸੀਮਤ ਰਹੀਏ, ਕਿ ਇੱਕ ਪਾਸੇ ਉਹ ਲਿਖ ਆਏ ਆ ਕਿ ਗੁਰੂ ਨਾਨਕ ਸਾਹਿਬ ਪਿਤਰ ਆਪਣੇ ਪਿਤਾ ਜੀ ਨੂੰ ਵਰਜਦੇ ਆ ਔਰ ਇਸ ਮਗਰੋਂ ਪਿਤਾ ਜੀ ਨੇ ਆਪਣੇ ਪਿਤਰਾਂ ਨੂੰ ਸ਼ਰਾਧ ਨਹੀਂ ਕੀਤਾ। ਪਰ ਦੂਜੇ ਪਾਸੇ ਫਿਰ ਉਸੇ ਲੇਖਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੋਤੀ ਜੋ ਸਮਾਉਣ ਦਾ ਪ੍ਰੋਗਰਾਮ ਇਸ ਲਈ ਮੁਲਤਵੀ ਕਰਦਾ ਦਿਖਾ ਦਿੱਤਾ ਕਿ ਉਹਨਾਂ ਦੇ ਪਿਤਾ ਜੀ ਦਾ ਦੂਜੇ ਦਿਨ ਤੀਜੇ ਦਿਨ ਸ਼ਰਾਧ ਹੈਗਾ। ਔਰ ਉਹ ਉਹਨਾਂ ਨੂੰ ਸ਼ਰਾਧ ਕਰਦਾ ਦਿਖਾਉਂਦੇ ਆ ਕਿ ਉਹ ਸ਼ਰਾਧ ਕਰਕੇ ਫਿਰ ਉਹ ਜੋਤੀ ਜੋਤ ਸਮਾਏ ਆ। ਉਹ ਜਿਹੜੇ ਸਾਡੇ ਦਰਸ਼ਕ ਆ ਉਹ ਖੁਦ ਅੰਦਾਜ਼ਾ ਲਾ ਲੈਣ ਕਿ ਜਿਹੜੀਆਂ ਇਹ ਪੁਸਤਕਾਂ, ਇਹ ਗ੍ਰੰਥ ਆ, ਇਹ ਕਿੰਨੇ ਕੁ ਭਰੋਸੇਯੋਗ ਆ, ਇਹਨਾਂ ਵਿੱਚ ਕਿੰਨੀ ਕੁ ਗੁਰਮਤ ਆ, ਕਿੰਨਾ ਕੁ ਅਸੀਂ ਇਹਨਾਂ ਨੂੰ ਆਧਾਰ ਬਣਾ ਕੇ ਅਸੀਂ ਇਹਨਾਂ ਵਿੱਚ ਜੀਵਨ ਜੁਗਤ ਜਿਹੜੀ ਆ ਉਹ ਲੱਭ ਸਕਦੇ ਆ, ਉਹਨੂੰ ਅਪਣਾ ਕੇ ਅਸੀਂ ਗੁਰੂ ਪਾਤਸ਼ਾਹ ਦੇ ਆਸੇ ਅਨੁਸਾਰ ਜਿਹੜਾ ਉਹ ਵਿਚਰ ਸਕਦੇ ਆ। ਇਹ ਸਾਡੇ ਦਰਸ਼ਕ ਜਿਹੜੇ ਆ ਉਹ ਖੁਦ ਅੰਦਾਜ਼ਾ ਲਾ ਲੈਣ। ਠੀਕ ਜੀ, ਨਹੀਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਇਹ ਜਿਹੜਾ ਇੱਕ ਇਸ਼ੂ ਹੈ ਤੇ ਸ਼ਰਾਧ ਇੱਕ ਮਨਮਤ ਹੈ, ਬਿਲਕੁਲ ਰਹਿਤ ਮਰਿਆਦਾ ਅਨੁਸਾਰ ਵੀ ਤੇ ਗੁਰਬਾਣੀ ਅਨੁਸਾਰ ਵੀ, ਤੇ ਸਾਨੂੰ ਇਸ ਤੋਂ ਅਵੋਇਡ ਕਰਨਾ ਚਾਹੀਦਾ ਔਰ ਬਿਲਕੁਲ ਨਹੀਂ ਕਰਨਾ ਚਾਹੀਦਾ। ਇਹ ਵਰਜਿਤ ਹੈ, ਮਨਮਤ ਕਲੀਅਰ ਲਿਖਿਆ। ਸੋ ਅਸੀਂ ਭਾਈ ਸਾਹਿਬ ਇੱਥੇ ਹੀ ਸੰਕੋਚਦੇ ਹਾਂ ਜੀ। ਤੇ ਇਹਦੇ ਬਾਰੇ ਵੈਸੇ ਆਸਾ ਦੀ ਵਾਰ ਵਿੱਚ ਵੀ ਡਿਟੇਲ ਹੈਗੀ ਹੈ, ਗੁਰਬਾਣੀ ਵਿੱਚੋਂ ਬੜੀ ਪ੍ਰਮਾਣ ਮਿਲ ਸਕਦੇ ਆ। ਆਪਾਂ ਮੈਂ ਕਿਹਾ ਥੋੜਾ ਦੂਜੇ ਐਪੀਸੋਡ ਵਿੱਚ ਜਿਹੜਾ ਉਹ ਥੋੜਾ ਜਿਹਾ ਪੱਖ ਜਿਹੜਾ ਗੁਰਬਾਣੀ ਦਾ ਪੱਖ ਆ ਉਹ ਜ਼ਰੂਰ ਲੈ ਲਵਾਂਗੇ, ਤਾਂ ਕਿ ਜਿਹੜਾ ਗੁਰਬਾਣੀ ਦਾ ਪੱਖ ਵੀ ਉਹ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੇ ਤੇ ਕੋਈ ਇਹ ਮਹਿਸੂਸ ਨਾ ਕਰੇ ਕਿ ਸ਼ਾਇਦ ਅਸੀਂ ਕੇਵਲ ਜਿਹੜੀ ਇਤਿਹਾਸ ਵਿੱਚ ਜੋ ਕਿ ਲਿਖਿਆ ਉਹਨੂੰ ਕੰਡੈਮ ਕਰ ਰਹੇ ਹਾਂ। ਅਸੀਂ ਗੁਰਬਾਣੀ, ਚੂੰਕਿ ਸਾਡਾ ਆਧਾਰ ਗੁਰਬਾਣੀ ਆ, ਅਸੀਂ ਗੁਰਬਾਣੀ ਵਿੱਚੋਂ ਇਹ ਪੱਖ ਜਿਹੜਾ ਉਹ ਸਮਝਣ ਜਾਣ ਦੀ ਕੋਸ਼ਿਸ਼ ਕਰਾਂਗੇ। ਠੀਕ ਜੀ, ਠੀਕ ਹੈ ਜੀ। ਸੋ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਅੱਜ ਅਸੀਂ ਸ਼ਰਾਧਾਂ ਬਾਰੇ ਨੋਟ ਕੀਤਾ, ਕਿਉਂ ਕਰਵਾਉਂਦੇ ਆ ਲੋਕੀ, ਕਿੱਦਾਂ ਕਰਵਾਉਂਦੇ ਆ ਔਰ ਕੀ ਉਹਦਾ ਹੈਗਾ। ਇਹਦੇ ਵਿੱਚੋਂ ਬੜੀਆਂ ਚੀਜ਼ਾਂ ਨਿਕਲੀਆਂ
ਕਿ ਜਿਹੜਾ ਅਸੀਂ ਸਰਾਧ ਕਰਵਾਉਂਦੇ ਆ ਵਾਕਈ ਕੀ ਉਹ ਪਿਤਰਾਂ ਤੱਕ ਪਹੁੰਚਦਾ ਹੈ, ਤੇ ਪਿੱਤਰ ਜਿੱਥੇ ਪਹੁੰਚੇ ਹੋਏ ਆ ਉੱਥੇ ਕੀ ਹੈਗਾ, ਉਹਨਾਂ ਬਾਰੇ ਵੀ ਡਿਟੇਲ ਕਿੱਦਾਂ ਦੀ ਹੋਏਗੀ। ਇਹ ਆਮ ਤੌਰ ਤੇ ਜਿਹੜੀ ਸਾਡੀ ਕਮਿੰਗ ਯੂਥ ਹੈ ਉਹ ਕਿੱਦਾਂ ਇਹਨੂੰ ਸਮਝੇਗੀ, ਕਿਉਂਕਿ ਜਦੋਂ ਸੰਸਕਾਰ ਹੋ ਗਿਆ, ਸਰੀਰ ਖਤਮ ਹੋ ਗਿਆ, ਤੇ ਕੀ ਸਾਡੀਆਂ ਉਹ ਫਿਜ਼ੀਕਲ ਰਿਕੁਆਇਰਮੈਂਟ ਰਹੀਆਂ, ਜਾਂ ਅਸੀਂ ਕਿਸੇ ਹੋਰ ਨੂੰ ਖਵਾ ਕੇ ਉੱਥੋਂ ਤੱਕ ਪਹੁੰਚ ਰਹੇ ਹਾਂ। ਬੜੀ ਹਾਸੋਹੀਣੀ ਗੱਲਾਂ ਹੈਗੀਆਂ। ਸੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਸੋ ਅਸੀਂ ਅੱਜ ਦਾ ਐਪੀਸੋਡ ਇੱਥੇ ਖਤਮ ਕਰਦੇ ਹਾਂ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਨੂੰ ਰਿਕੁਐਸਟ ਹੈ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟਸ ਦਿਆ ਕਰੋ, ਤੇ ਅੱਗੇ ਪਾਸ ਔਨ ਕਰਿਆ ਕਰੋ। ਭਾਈ ਸਾਹਿਬ ਤੁਹਾਨੂੰ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।